हाँ जी, अस्सलाम वालेकुम वरहमतुल्लाहि वबरकातुहू। की हाल चाल है जी दोस्तों, साथियों, बुजुर्गों, बहनों ते भाइयों, बेटों ते बेटियों। उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। बड़ी मेहरबानी कि तुसीं मेरा यूट्यूब चैनल वेखदे हो, लाइक भी कर दिया करो, शेयर भी कर दिया करो, सबसक्राइब भी कर दिया करो। जिस वेले तुसीं इहनूं सबसक्राइब करोगे फिर तुहाडे कोल मेरी ਜਿਹੜੀ भी नवी वीडियो आएगी ਉਹਦਾ नोटिफिकेशन आ जाएगा तो इस तरह तुसीं मेरे नाल जुड़े रह सकते हो। ਅੱਜ ਦਾ ਅਸੀਂ ਵਲੌਗ ਬਣਾਵਾਂਗੇ ਆਪਣੇ ਵਕਤ ਦੀ ਮਸ਼ਹੂਰ ਅਦਾਕਾਰਾ ਗੌਰੀ ਦੇ ਬਾਰੇ 'ਚ, ਜਿਹਦਾ ਘਰੇਲੂ ਨਾਮ ਹੁੰਦਾ ਗੌਹਰ ਅਫਰੋਜ਼ ਤੇ ਲੇਕਿਨ ਇਹਦਾ ਫਿਲਮੀ ਨਾਮ ਹੁੰਦਾ ਗੌਰੀ। ਗੌਰੀ 14 ਸਤੰਬਰ सन 1965 ਨੂੰ ਮੁਲਤਾਨ ਦੇ ਵਿੱਚ ਪੈਦਾ ਹੋਈ ਹੈ। ਮੁਲਤਾਨ ਇੱਕ ਐਸਾ ਸ਼ਹਿਰ ਆ ਪੰਜਾਬ ਦਾ ਜਿਹਦੇ ਵਿੱਚ ਬਹੁਤ ਬੜੇ ਸਟਾਰ ਪੈਦਾ ਹੋਏ। ਕ੍ਰਿਕਟ ਦੇ ਵਿੱਚ ਉਹਨਾਂ ਨੇ ਮੁਕਾਮ ਹਾਸਲ ਕੀਤਾ, ਸਿਆਸਤ ਦੇ ਵਿੱਚ ਵੀ ਆਪਣੀ ਜਗ੍ਹਾ ਬਣਾਈ ਔਰ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਆਪਣੀ ਜਗ੍ਹਾ ਬਣਾਈ। ਉਹਨਾਂ ਦੇ ਵਿੱਚੋਂ ਇੱਕ ਨਾਮ ਅੰਜਮਨ ਦਾ। ਅੰਜਮਨ ਦੀ ਜੋੜੀ ਸੁਲਤਾਨ ਰਾਏ ਦੇ ਨਾਲ ਤੁਹਾਨੂੰ ਪਤਾ ਕਿੰਨੀ ਮਸ਼ਹੂਰ ਔਰ ਮਾਰੂਫ ਸੀ ਤੇ ਤਾਂ ਕਿਆਮਤ ਤੱਕ ਇਸ ਜੋੜੀ ਨੂੰ ਯਾਦ ਰੱਖਿਆ ਜਾਏਗਾ। ਤੇ ਬਹੁਤ ਬੜੀ ਹੀਰੋਇਨ ਅਦਾਕਾਰ ਗੁਜ਼ਰੀਆਂ ਨੇ ਤੇ ਬੇਮਿਸਾਲ ਇਹਨੇ ਕਿਰਦਾਰ ਅਦਾ ਕੀਤੇ ਨੇ। ਤੇ ਇਹ ਅਦਾਕਾਰ ਗੌਰੀ ਅੰਜਮਨ ਦੀ ਬੜੀ ਭੈਣ ਹੁੰਦੀ ਆ ਤੇ ਅਦਾਕਾਰ ਅੰਜਮਨ ਨੂੰ ਵੇਖਦੇ ਹੋਇਆ ਇਹਦੇ ਦਿਲ 'ਚ ਵੀ ਸ਼ੌਕ ਪੈਦਾ ਹੋਇਆ ਕਿ ਮੈਂ ਫਿਲਮਾਂ ਦੇ ਵਿੱਚ ਆਵਾਂ। ਜਿਸ ਤਰ੍ਹਾਂ ਅੰਜਮਨ ਨੇ ਆਪਣਾ ਮੁਕਾਮ ਹਾਸਲ ਕੀਤਾ, ਦੌਲਤ ਸ਼ੋਹਰਤ ਹਰ ਚੀਜ਼ ਹਾਸਲ ਕੀਤੀ ਤੇ ਉਹਨੂੰ ਵੇਖਦਿਆਂ ਹੋਇਆਂ ਉਹਨਾਂ ਦੇ ਦਿਲ 'ਚ ਵੀ ਲਾਲਚ ਪੈਦਾ ਹੋ ਗਿਆ ਕਿ ਮੈਂ ਵੀ ਇਸ ਤਰ੍ਹਾਂ ਫਿਲਮ ਇੰਡਸਟਰੀ ਦੇ ਵਿੱਚ ਆਵਾਂ ਤੇ ਦੌਲਤ ਸ਼ੋਹਰਤ ਇੱਜ਼ਤ ਮੁਕਾਮ ਹਾਸਲ ਕਰ ਸਕਾਂ। ਇਸ ਚੀਜ਼ ਨੂੰ ਹਾਸਲ ਕਰਨ ਵਾਸਤੇ ਉਹਨਾਂ ਨੇ ਜ਼ਰੀਆ ਅੰਜਮਨ ਨੂੰ ਬਣਾਇਆ, ਕਿਉਂਕਿ ਜ਼ਾਹਰ ਹੈ ਜਦੋਂ ਇੱਕ ਭੈਣ ਫਿਲਮ ਇੰਡਸਟਰੀ ਦੀ ਕਾਮਯਾਬ ਹੀਰੋਇਨ ਹੋਵੇ ਤੇ ਫਿਰ ਉਹਨੇ ਆਪਣੀ ਭੈਣ ਨੂੰ ਲਿਆਉਣ ਵਾਸਤੇ, ਕਾਮਯਾਬ ਕਰਾਉਣ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ ਹੈਗਾ। ਤੇ ਗੌਰੀ ਨੇ ਫਿਰ ਅੰਜਮਨ ਦੇ ਨਾਲ ਰਾਬਤਾ ਕਰਕੇ ਉਹਨੂੰ ਕਿਹਾ ਕਿ ਮੈਂ ਵੀ ਆਪਣੀ ਖਾਹਿਸ਼ ਦਾ ਜ਼ਾਹਰ ਕੀਤਾ ਕਿ ਮੈਂ ਵੀ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਵੀ ਕਿਤੇ ਚਾਂਸ ਦਿਵਾਓ। ਸਭ ਤੋਂ ਪਹਿਲਾਂ ਸਨ 1979 ਦੇ ਵਿੱਚ ਇੱਕ ਫਿਲਮ M.A. ਅਕਰਮ ਦੀ ਹਦਾਇਤਕਾਰ ਜਿਹੜੇ ਹੁੰਦੇ ਨੇ ਉਹਨਾਂ ਦੀ ਹਥਿਆਰ ਆਉਂਦੀ ਆ। ਉਹਦੇ ਵਿੱਚ ਇਹਨੂੰ ਛੋਟਾ ਜਿਹਾ ਰੋਲ ਦਿੱਤਾ ਗਿਆ ਤੇ ਇਹ ਰੋਲ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਕੀਤਾ ਤੇ ਇਸ ਫਿਲਮ ਦੇ ਵਿੱਚ ਮਰਕਜ਼ੀ ਕਿਰਦਾਰ ਸੁਲਤਾਨ ਰਾਏ ਤੇ ਆਸੀਆ ਕਰਦੇ ਨੇ। ਇਸ ਫਿਲਮ ਦੇ ਵਿੱਚ ਗੌਰੀ ਨੇ ਬਹੁਤ ਮਿਹਨਤ ਦੇ ਨਾਲ ਰੋਲ ਕੀਤਾ ਲੇਕਿਨ ਕੋਈ ਏਡੀ ਕਾਮਯਾਬੀ ਹਾਸਲ ਨਾ ਕਰ ਸਕੀਆਂ, ਆਪਣਾ ਇੰਡਸਟਰੀ ਦੇ ਵਿੱਚ ਮੁਕਾਮ ਪੈਦਾ ਨਾ ਕਰ ਸਕੀਆਂ ਕਿਉਂਕਿ ਉਹਨਾਂ ਦੀ ਪਹਿਚਾਣ ਹੋਣਾ ਲਾਜ਼ਮੀ ਸੀ। ਇਸ ਵਜ੍ਹਾ ਨਾਲ ਉਹਨੂੰ ਫਿਰ 2 ਸਾਲ ਤੱਕ ਕੋਈ ਕੰਮ ਨਹੀਂ ਫਿਲਮ ਇੰਡਸਟਰੀ ਦੇ ਵਿੱਚ ਮਿਲਿਆ, ਜਿਹਦੀ ਵਜ੍ਹਾ ਨਾਲ ਫਿਰ ਉਹ ਪਰੇਸ਼ਾਨ ਹੋ ਗਈਆਂ। ਉਹਨਾਂ ਨੇ ਫਿਰ ਆਪਣੀ ਭੈਣ ਅੰਜਮਨ ਨੂੰ ਕਿਹਾ ਕਿ ਤੁਸੀਂ ਮੈਨੂੰ ਫਿਲਮਾਂ ਦੇ ਵਿੱਚ ਕੋਈ ਕੰਮ ਲੈ ਕੇ ਦੇਵੋ। ਤੇ ਤੁਹਾਨੂੰ ਪਤਾ ਅੰਜਮਨ ਇੱਕ ਉਸ ਆਪਣੇ ਵਕਤ ਦੀ ਮੰਨੀ ਅਦਾਕਾਰਾ ਸੀ, ਹੀਰੋਇਨ ਆਉਂਦੀ ਸੀ। ਉਹਦੇ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਬਹੁਤ ਜ਼ਿਆਦਾ ਤਾਲੁਕਾਤ ਸੀ ਤੇ ਉਹ ਇੱਥੋਂ ਤੱਕ ਸੀ ਕਿ ਸ਼ਬਾਬ ਕਿਰਾਨਵੀ ਹਦਾਇਤਕਾਰ ਸੀ ਨਾ, ਉਹਨਾਂ ਦੇ ਨਾਲ ਘਰੇਲੂ ਤਾਲੁਕਾਤ ਸੀ, ਉਹਨਾਂ ਦੀ ਫੈਮਿਲੀ ਦੇ ਨਾਲ ਆਉਣਾ ਜਾਣਾ ਸੀ। ਇਸ ਨੇ ਫਿਰ ਅਦਾਕਾਰ ਅੰਜਮਨ ਨੇ ਅਦਾਕਾਰ ਗੌਰੀ ਵਾਸਤੇ ਸ਼ਬਾਬ ਕਿਰਾਨਵੀ ਨੂੰ ਕਿਹਾ ਕਿ ਮੇਰੀ ਭੈਣ ਨੂੰ ਕਿਤੇ ਕੋਈ ਚਾਂਸ ਦਿਵਾਓ। ਫਿਰ ਉਹਨਾਂ ਦਿਨਾਂ ਦੇ ਵਿੱਚ ਸ਼ਬਾਬ ਕਿਰਾਨਵੀ ਦਾ ਬੇਟਾ ਨਜ਼ਰ ਸ਼ਬਾਬ ਆਪਣੀ ਫਿਲਮ ਜ਼ਰਾ ਸੀ ਬਾਤ ਬਣਾ ਰਿਹਾ ਸੀ। ਉਹਦੇ ਵਿੱਚ ਇਹਨੂੰ ਫਿਰ ਇੱਕ ਛੋਟਾ ਜਿਹਾ ਰੋਲ ਦਿੱਤਾ ਜਾਂਦਾ, ਜਿਹੜਾ ਰੋਲ ਇਹਨੇ ਬਹੁਤ ਅੱਛੇ ਤਰੀਕੇ ਨਾਲ ਕੀਤਾ। ਉਹਨਾਂ ਦਿਨਾਂ ਦੇ ਵਿੱਚ ਫਿਰ ਹਦਾਇਤਕਾਰ ਜਿਹੜੀ ਸੀ ਹਦਾਇਤਕਾਰਾ ਵਹੀਦਾ ਖਾਨ, ਇਹਨਾਂ ਦੀ ਅਦਾਕਾਰੀ ਤੋਂ ਵੇਖਦਿਆਂ ਹੋਇਆਂ ਬਹੁਤ ਜ਼ਿਆਦਾ ਮੁਤਾਸਰ ਹੋਈਆਂ। ਉਹਨਾਂ ਨੇ ਆਪਣੀ ਫਿਲਮ ਇਨਸਾਫ ਕਾ ਤਰਾਜ਼ੂ ਦੇ ਵਿੱਚ ਗੁਲਾਮ ਮਹੀਉਦੀਨ ਦੇ ਨਾਲ ਇਹਨੂੰ ਬਤੌਰ ਹੀਰੋ ਕਾਸਟ ਕਰ ਲਿਆ। ਇਹਨਾਂ ਦੀ
ਇਹ ਗੌਰੀ ਦੀ ਪਹਿਲੀ ਫਿਲਮ ਸੀ ਬਤੌਰ ਹੀਰੋਇਨ। ਤੇ ਗੁਲਾਮ ਮੁਹੱਈਦੀਨ ਦੀ ਤੇ ਇਹਦੇ ਵਿੱਚ ਗੌਰੀ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਉਸ ਤੋਂ ਬਾਅਦ ਫਿਰ ਇਹ ਬਹੁਤ ਜ਼ਿਆਦਾ ਮਸ਼ਹੂਰ ਹੋ ਗਈਆਂ। ਫਿਰ ਇਸੇ ਦੌਰਾਨ 1984 ਦੇ ਵਿੱਚ ਪੰਜਾਬੀ ਫਿਲਮ ਚੰਨ ਚੀਤਾ ਦਾ ਰੋਲ ਦੇ ਵਿੱਚ ਇਹਨੂੰ ਇੱਕ ਛੋਟਾ ਜਿਹਾ ਰੋਲ ਦਿੱਤਾ ਗਿਆ, ਜਿਹਦੇ ਵਿੱਚ ਮਰਕਜ਼ੀ ਕਿਰਦਾਰ ਅੰਜਮਨ ਤੇ ਸੁਲਤਾਨ ਰਾਏ ਨੇ ਕੀਤਾ। ਤੇ ਉਸ ਤੋਂ ਬਾਅਦ 1985 ਦੇ ਵਿੱਚ ਹਦਾਇਤਕਾਰ ਅਲਤਾਫ ਹਸਨ ਦੀ ਨਕਾਬ ਪੰਜਾਬੀ ਫਿਲਮ ਆਉਂਦੀ ਆ। ਉਹਦੇ ਵਿੱਚ ਫਿਰ ਇਹਨੂੰ ਕਿਰਦਾਰ ਛੋਟਾ ਜਿਹਾ ਦਿੱਤਾ ਜਾਂਦਾ, ਜਿਹਦੇ ਵਿੱਚ ਮਰਕਜ਼ੀ ਕਿਰਦਾਰ ਅੰਜਮਨ ਤੇ ਅਲੀ ਜਾਜ਼ ਦਾ ਹੁੰਦਾ ਤੇ ਨਾਲ ਨੰਨਾ ਵੀ ਹੁੰਦਾ। ਇਹ ਫਿਲਮ ਛੋਟੀ ਉਮਰ ਦੇ ਸ਼ਾਦੀ ਦੇ ਬਾਰੇ ਦੇ ਮੌਜੂ ਤੇ ਬਣਾਈ ਗਈ ਸੀ ਤੇ ਇਹ ਫਿਲਮ ਵੀ ਫਿਰ ਠੀਕ ਠਾਕ ਕਾਮਯਾਬ ਗਈ। ਇਸ ਫਿਲਮ ਦੇ ਵਿੱਚ ਫਿਰ ਇਹਦੇ ਉੱਤੇ ਗੌਰੀ ਦੇ ਉੱਤੇ 2 ਗੀਤ ਫਿਲਮਾਏ ਗਏ ਜਿਹੜੇ ਬੜੇ ਮਸ਼ਹੂਰ ਹੋਏ। ਫੁਰਸਤ ਮਿਲੇ ਤੂੰ ਬੁਲਾ ਲਿਆ ਕਰ, ਦੁਨੀਆ ਦੇ ਗਮ ਭੁਲਾ ਦਿਆ ਕਰ। ਦੂਸਰਾ ਗਾਣਾ ਸੀ ਇੱਕ ਰਾਤ ਦਾ ਮਹਿਮਾਨ ਤੂੰ, ਘੜੀ ਪਲ ਲਈ ਮੇਰੀ ਜਾਨ ਤੂੰ। ਇਹ 2 ਗਾਣੇ ਫਿਰ ਬੜੇ ਮਸ਼ਹੂਰ ਹੋਏ। 1986 ਦੇ ਵਿੱਚ 3 ਫਿਲਮਾਂ ਰਿਲੀਜ਼ ਹੋਈਆਂ। ਇੱਕ ਅਕਬਰ ਖਾਨ, ਮੇਲਾ, ਅੰਧਾ ਕਾਨੂੰਨ। ਤੇ ਫਿਰ ਅੰਧਾ ਕਾਨੂੰਨ ਦੇ ਵਿੱਚ ਗੁਲਾਮ ਮੁਹੱਈਦ ਦੇ ਨਾਲ ਇਹਨੂੰ ਹੀਰੋਇਨ ਕਾਸਟ ਕੀਤਾ ਗਿਆ ਤੇ ਇਹ ਫਿਲਮ ਵੀ ਫਿਰ ਠੀਕ ਗਈ। ਤੇ 1988 ਦੇ ਵਿੱਚ ਫਿਰ 2 ਫਿਲਮਾਂ ਰਿਲੀਜ਼ ਹੋਈਆਂ, ਅੱਲਾ ਦਿੱਤਾ ਤੇ ਹਕੂਮਤ। ਫਿਰ 1999 ਤੇ 90 ਇਹਦੀ ਫਿਲਮ ਇੰਡਸਟਰੀ ਦਾ ਯਾਨੀ ਤੁਸੀਂ ਕਹਿ ਲਓ ਜਿਹਨੂੰ ਕਹਿੰਦੇ ਪੰਜਾਬੀ ਛਾ ਜਾਣੇ ਦਾ ਸਾਲ ਸੀ ਤੇ ਫਿਰ ਇਹ ਬਹੁਤ ਜ਼ਿਆਦਾ ਛਾ ਗਈਆਂ। ਉਹਦੇ ਵਿੱਚ ਫਿਰ ਇਹਨਾਂ ਦੀਆਂ ਬਹੁਤ ਜ਼ਿਆਦਾ ਫਿਲਮਾਂ ਆਈਆਂ, ਜਿਨ੍ਹਾਂ ਦੇ ਵਿੱਚੋਂ ਸੁਪਰ ਗਰਲ, ਨਾਗਨ, ਜੋਗੀ, ਮੁਹੱਬਤ ਹੋ ਤੋ ਐਸੀ, ਮੁਜਰਮ, ਤੇਜ਼ਾਬ, ਹਫਾਜ਼ਤ, ਸ਼ੇਰ ਦਿਲ। ਤੇ 1991 ਦੇ ਵਿੱਚ ਫਿਰ ਇਹਨਾਂ ਦਾ ਐਸਾ ਅੱਛਾ ਸਾਲ ਸੀ ਤੇ ਜਿਹਦੇ ਵਿੱਚ ਮਜ਼ੀਦ 12 ਫਿਲਮਾਂ ਰਿਲੀਜ਼ ਹੋਈਆਂ। ਇਹਨਾਂ ਫਿਲਮਾਂ ਦੇ ਵਿੱਚੋਂ ਹਦਾਇਤਕਾਰ ਹਸਨ ਅਸਕਰੀ ਦੀ ਗੰਡਾਸਾ ਤੇ ਹਦਾਇਤਕਾਰ ਨਾਸਿਰ ਹੁਸੈਨ ਦੀ ਮਸਤਾਨ ਖਾਨ, ਹਦਾਇਤਕਾਰ ਹੈਦਰ ਅਲੀ ਦੀ ਫਿਲਮ ਸ਼ੂਕਾ ਦੇ ਵਿੱਚ ਸੁਲਤਾਨ ਰਾਏ ਦੇ ਨਾਲ ਇਹਨਾਂ ਨੇ ਮਰਕਜ਼ੀ ਕਿਰਦਾਰ ਅਦਾ ਕੀਤਾ। 1992 ਦੇ ਵਿੱਚ 10 ਫਿਲਮਾਂ ਆਈਆਂ, ਜਿਨ੍ਹਾਂ ਦੇ ਵਿੱਚ 7 ਫਿਲਮਾਂ ਦੇ ਵਿੱਚ ਇਹਨਾਂ ਨੇ ਸੁਲਤਾਨ ਰਾਏ ਦੇ ਨਾਲ ਕਿਰਦਾਰ ਅਦਾ ਕੀਤਾ। ਉਹਦੇ ਵਿੱਚ ਸ਼ੇਰਾ, ਪਾਂਡੀ, ਛੱਕਾ, ਤਰਾਜੂ, ਅੱਗ ਦੇ ਗੋਲੇ, ਸਾਵਲ, ਡੋਟੀ, ਪਤਨ। 1993 ਦੇ ਵਿੱਚ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਜ਼ਵਾਲ ਆਣਾ ਸ਼ੁਰੂ ਹੋ ਗਿਆ। ਇਸ ਸਾਲ ਦੇ ਵਿੱਚ ਫਿਰ ਇਹਨਾਂ ਦੀਆਂ 3 ਫਿਲਮਾਂ ਰਿਲੀਜ਼ ਹੋਈਆਂ, ਜਿਹਦੇ ਵਿੱਚ ਕੋਤਵਾਲ, ਰੋਸ਼ਨ ਜੱਟ, ਫਕੀਰਾ। ਤੇ 1994 ਦੇ ਵਿੱਚ ਇਹਦੀਆਂ ਫਿਰ 3 ਫਿਲਮਾਂ ਆਉਂਦੀਆਂ, ਜਿਹਦੇ ਵਿੱਚ ਇਹਨੂੰ ਸੈਕੰਡ ਹੀਰੋਇਨ ਦਾ ਰੋਲ ਦਿੱਤਾ ਜਾਂਦਾ। ਉਹਦੇ ਵਿੱਚ ਸ਼ੇਰ ਪੰਜਾਬ ਦਾ, ਸਾਰੰਗਾ, ਜ਼ਿੱਦੀ ਗੁੱਜਰ। ਤੇ ਇਹ ਇਹਨਾਂ ਦਾ ਆਖਰੀ ਸਾਲ ਸੀ, ਜਿਹਦੇ ਵਿੱਚ ਇਹ ਫਿਲਮਾਂ ਵਿੱਚ ਬਹੁਤ ਜ਼ਿਆਦਾ ਮਸਰੂਫ ਹੋਈਆਂ। ਉਸ ਤੋਂ ਬਾਅਦ ਫਿਰ ਇਹ ਜ਼ਵਾਲ ਦੀ ਤਰਫ ਜਾਣਾ ਸ਼ੁਰੂ ਹੋ ਗਈਆਂ। 1995 ਦੇ ਵਿੱਚ ਫਿਰ ਇਹਨਾਂ ਨੂੰ ਹਦਾਇਤਕਾਰ ਅੰਜਮ ਪਰਵੇਜ਼ ਦੀ ਫਿਲਮ ਕਲੰਦਰਾ ਮਿਲੀ ਆ ਤੇ 1996 ਦੇ ਵਿੱਚ ਚੋਰਾਂ ਦਾ ਸ਼ਹਿਨशाह ਇਹ ਸੁਲਤਾਨ ਰਾਏ ਦੇ ਵਿੱਚ ਬਤੌਰ ਹੀਰੋਇਨ ਆਂਦੀ ਆ। ਇਹ ਇਹਨਾਂ ਦੀ ਫਿਰ ਸਮਝੋ ਕਿ ਆਖਰੀ ਫਿਲਮ, ਲੇਕਿਨ ਆਖਰੀ ਫਿਲਮ 2003 ਚ ਆਂਦੀ ਇਹਨਾਂ ਦੀ ਹਦਾਇਤਕਾਰ ਯੂਨਸ ਮਲਕ ਦੀ, ਜਿਹਦੇ ਵਿੱਚ ਹੁੰਦਾ ਖਰ ਦਿਮਾਗ ਗੁੱਜਰ। ਦਿਮਾਗ ਗੁੱਜਰ ਆਖਰੀ ਫਿਲਮ ਹੈ ਇਹਨਾਂ ਦੀ ਤੇ ਉਸ ਤੋਂ ਬਾਅਦ ਇਹ ਫਿਲਮਾਂ ਨੂੰ ਖੈਰਬਾਦ ਕਹਿ ਦਿੰਦੀਆਂ। ਤੇ ਹਦਾਇਤਕਾਰ ਯੂਨਸ ਮਲਕ ਦੀ ਖਰ ਦਿਮਾਗ ਗੁੱਜਰ ਤੋਂ ਬਾਅਦ ਇਹਨਾਂ ਦੀ ਕੋਈ ਫਿਲਮ ਨਹੀਂ ਆਉਂਦੀ। ਫਿਲਮ ਇੰਡਸਟਰੀ ਤੋਂ ਖੈਰਬਾਦ ਕਹਿ ਕੇ ਤੇ ਆਊਟ ਹੋ ਜਾਂਦੀਆਂ ਨੇ ਫਿਲਮਾਂ ਤੋਂ। ਤੇ ਇਹਨਾਂ ਨੇ ਸਾਰੀ ਉਮਰ ਕੋਈ ਸ਼ਾਦੀ ਨਹੀਂ ਕੀਤੀ। ਇਹਨਾਂ ਨੇ ਇੱਕ ਨੇਪਾਲਕ ਬੱਚੀ ਲੈ ਕੇ ਪਾਲੀ ਹੋਈ ਸੀ ਤੇ ਉਹਦੀ ਵੀ ਇਹਨਾਂ ਨੇ ਸ਼ਾਦੀ ਕਰਤੀ ਤੇ ਇਹਨਾਂ ਨੇ ਆਪਣੀ ਖੁਦ ਸ਼ਾਦੀ ਨਹੀਂ ਕਰਾਈ। ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਸਕੈਂਡਲ ਨਹੀਂ ਬਣਿਆ, ਕੋਈ ਐਸਾ ਸਕੈਂਡਲ ਮੰਜ਼ਰ ਆਮ ਤੇ ਨਹੀਂ ਆਇਆ ਜਿਹੜਾ ਕਿਸੇ ਨੇ ਵੇਖਿਆ ਹੋਵੇ। ਬਹੁਤ ਮੁਤਕਿਨ, ਇੱਕ ਪਰਹੇਜ਼ਗਾਰ ਔਰਤ ਸੀ ਤੇ ਇਹ ਸਾਰੀ ਉਮਰ ਇਹਨਾਂ ਨੇ ਸ਼ਾਦੀ ਨਹੀਂ ਕਰਾਈ ਤੇ ਇਹ ਆਪਣੇ ਭੈਣ ਭਰਾਵਾਂ ਦੇ ਅੱਜ ਕੱਲ੍ਹ ਬੱਚਿਆਂ ਦੇ ਨਾਲ ਗੁਲਬਰਗ ਦੇ ਵਿੱਚ ਰਹਿੰਦੀਆਂ ਨੇ ਤੇ ਲੇਕਿਨ ਇਹਨਾਂ ਦੇ ਅੰਜਮਨ ਦੇ ਨਾਲ
ਤਾਲੁਕਾਤ ਐਡੇ ਕੋਈ ਅੱਛੇ ਨਹੀਂ ਹੈਗੇ ਕਿ ਜਿਹਦੇ ਵਜ੍ਹਾ ਨਾਲ ਇਹ ਅੱਜ ਕੱਲ ਇੱਕ ਦੂਸਰੇ ਨੂੰ ਮਿਲਦੀਆਂ ਵੀ ਨਹੀਂ ਤੇ ਆਪਣੇ ਭੈਣ ਭਰਾਵਾਂ ਦੇ ਨਾਲ ਰਹਿੰਦੀ ਆ। ਮਾਸ਼ਾਅੱਲਾ ਬਹੁਤ ਅੱਛੀ ਔਰਤ ਆ। ਅੱਲਾਹ ਤਾਲਾ ਇਹਨਾਂ ਨੂੰ ਤੰਦਰੁਸਤੀ ਦੇਵੇ, दिन दुगनी रात चौगुनी तरक्कियां अता फरमाए तो माशाअल्लाह अल्लाह इन्हां नूं सेहत देवे। बहुत अच्छी और नेक और मुत्तकी परहेजगार औरत सी ते अल्लाह ताला इन्हां नूं जिंदगी च कामयाबियां अता फरमाए। अस्सलामु अलैकुम व रहमतुल्लाहि व बरकातुहू।